ਪੰਜਾਬੀ ਸਾਹਿਤ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ ਜੀ। ਆਧੁਨਿਕ ਕਵੀਆਂ ਵਿੱਚੋਂ ਦੂਜੇ ਦੌਰ ਦੇ ਕਵੀ ਬਲਵੰਤ ਸਿੰਘ ਬਾਰੇ, ਬਾਵਾ ਬਲਵੰਤ ਬਾਰੇ ਅੱਜ ਆਪਾਂ ਪੜ੍ਹਾਂਗੇ। ਬਾਵਾ ਬਲਵੰਤ ਦਾ ਜਨਮ ਪਿੰਡ ਨੇਸਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 1915 ਈਸਵੀ ਨੂੰ ਠਾਕੁਰ ਦੀਨਾਨਾਥ ਦੇ ਘਰ ਹੋਇਆ। ਉਹਨਾਂ ਦਾ ਬਚਪਨ ਦਾ ਨਾਮ ਮੰਗਲ ਸੈਨ ਸੀ। ਆਪ ਜੀ ਮਾਤਾ ਜੀ ਆਪ ਨੂੰ ਕੂੜਾ ਮਲ ਆਖ ਕੇ ਬੁਲਾਉਂਦੀ ਸੀ। ਆਪ ਨੇ ਮੁੱਢਲੀ ਸਿੱਖਿਆ ਆਪਣੇ ਪਿਤਾ ਜੀ ਕੋਲੋਂ ਗ੍ਰਹਿਣ ਕੀਤੀ, ਜਿਨ੍ਹਾਂ ਨੇ ਆਪ ਨੂੰ ਸ਼ਾਹਨਾਮਾ, ਗੁਲਿਸਤਾਂ, ਦੋਸਤਾਂ, ਸਿਕੰਦਰਨਾਮਾ ਵਰਗੀਆਂ ਪੁਸਤਕਾਂ ਪੜ੍ਹਾਈਆਂ। ਇਸ ਉਪਰੰਤ ਆਪ ਨੂੰ ਮੁਨੀਮੀ ਦਾ ਕੰਮ ਸਿੱਖਣ ਲਈ ਭੇਜਿਆ ਗਿਆ, ਜਿੱਥੇ ਆਪ ਨੇ ਲੰਡਿਆਂ ਦੀ ਪੜ੍ਹਾਈ ਕੀਤੀ। ਆਪ ਨੇ ਮਹਾਨਾਚ 1941, ਅਮਰ ਗੀਤ 1942, ਜਵਾਲਾਮੁਖੀ 1943, ਬੰਦਰਗਾਹ 1951, ਕਾਵਸਾਗਰ 94ਵਾਂ ਜੋ ਕਾਵਿ ਸੰਗ੍ਰਹਿ ਹੈ 1954 ਵਿੱਚ, ਸੁਗੰਧ ਸਮੀਰ 1959 ਵਰਗੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਈ। ਇਸ ਤੋਂ ਇਲਾਵਾ ਉਸਨੇ ਕਿਸ ਤਰ੍ਹਾਂ ਦੇ ਨਾਚ ਸਿਰਲੇਖ ਹੇਠ ਵਾਰਤਕ ਰਚਨਾ ਵੀ ਪੰਜਾਬੀ ਸਾਹਿਤ ਨੂੰ ਦਿੱਤੀ। ਆਪ ਕੁਝ ਸਮਾਂ ਕਾਂਗਰਸ ਪਾਰਟੀ ਦੇ ਲਈ ਸਰਗਰਮ ਰਹੇ। ਮਿਸਰ ਮੂਲ ਚੰਦ ਆਪ ਦੇ ਪੜਦਾਦਾ ਸਨ। ਆਪ ਨੂੰ ਆਧੁਨਿਕ ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਸਭ ਤੋਂ ਪ੍ਰਭਾਵਸ਼ਾਲੀ ਕਵੀ ਹੋਣ ਦਾ ਮਾਣ ਹੈ। ਕੀ ਸਨ ਆਪ? ਪ੍ਰਗਤੀਵਾਦੀ। ਆਪ ਦੀ ਕਵਿਤਾ ਆਮ ਪਾਠਕਾਂ ਦੀ ਸਮਝ ਤੋਂ ਦੂਰ ਹੋਣ ਕਾਰਨ ਆਪ ਨੂੰ ਬੌਧਿਕ ਰਹੱਸਵਾਦੀ ਕਵੀ ਵੀ ਮੰਨਿਆ ਜਾਂਦਾ ਹੈ। ਆਪ ਨੂੰ ਹਿੰਦੀ, ਉਰਦੂ, ਸੰਸਕ੍ਰਿਤ, ਫਾਰਸੀ ਭਾਸ਼ਾਵਾਂ ਦਾ ਕਾਫੀ ਗਿਆਨ ਸੀ। ਆਪ ਦੀ ਕਵਿਤਾ ਵਿੱਚ ਅਧਿਆਤਮਕਤਾ, ਮਾਨਵਤਾ, ਰਾਸ਼ਟਰੀਅਤਾ, ਪ੍ਰਕਿਰਤੀ ਚਿਤਰਨ, ਮਿਥਿਹਾਸ, ਪ੍ਰੀਤ, ਵਿਅੰਗ ਆਦਿ ਕਈ ਰੰਗ ਵੇਖੇ ਜਾ ਸਕਦੇ ਹਨ। ਆਪ ਨੇ ਪਿਆਰ ਨੂੰ ਜੀਵਨ ਦੀ ਸਭ ਤੋਂ ਉੱਤਮ ਵਸਤੂ ਮੰਨਿਆ। ਆਪ ਦਾ ਇਸ਼ਕ ਇੱਕ ਸਿੱਧਣ ਮੁਟਿਆਰ ਕ੍ਰਿਸ਼ਨਾ ਨਾਲ ਹੋਇਆ। ਇਸ ਇਸ਼ਕ ਦਾ ਆਗਾਜ਼ ਰਾਮਲੀਲਾ ਵੇਖਣ ਦੌਰਾਨ ਹੋਇਆ। ਆਪ ਨੇ ਉਰਦੂ ਮੁਜ਼ਾਇਰਿਆਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ। ਜੋ ਉਰਦੂ ਵਿੱਚ ਸ਼ਾਇਰੀ ਵਗੈਰਾ ਹੁੰਦੀ ਹੈ, ਉਸ ਤੋਂ ਆਪ ਪ੍ਰਭਾਵਿਤ ਹੋਏ ਅਤੇ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਆਪ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦ 1930 ਈਸਵੀ ਵਿੱਚ ਉਰਦੂ ਵਿੱਚ ਛਪੀ ਸੀ। ਆਪ ਨੇ ਅੰਗਰੇਜ਼ੀ ਰੂਪਾਕਾਰ ਸੋਨੈਟ ਨੂੰ ਅਪਣਾ ਕੇ ਵੀ ਕਵਿਤਾ ਲਿਖੀ। ਸੋਨੈਟ ਅੰਗਰੇਜ਼ੀ ਕਾਵਿ ਦਾ ਵਿਸ਼ੇਸ਼ ਰੂਪ ਹੈ, ਜਿਸ ਵਿੱਚ 8+6 14 ਪੰਕਤੀਆਂ ਹੁੰਦੀਆਂ ਹਨ। ਮੁੱਢਲੀਆਂ 8 ਪੰਕਤੀਆਂ ਕਵੀ ਮਨੁੱਖੀ ਜੀਵਨ ਤਸਵੀਰ ਪੇਸ਼ ਕਰਦਾ ਹੈ। ਪਿਛਲੀਆਂ 6 ਪੰਕਤੀਆਂ ਵਿੱਚ ਤਸਵੀਰ ਬਾਰੇ ਨਿਰਣਾ ਕਰਦਾ ਹੈ। ਪਹਿਲੀ ਪੰਕਤੀ ਦਾ ਤੁਕਾਂਤ ਚੌਥੀ ਨਾਲ ਅਤੇ ਦੂਜੀ ਪੰਕਤੀ ਦਾ ਤੁਕਾਂਤ ਮੇਲ ਤੀਸਰੀ ਪੰਕਤੀ ਨਾਲ ਹੁੰਦਾ ਹੈ। ਸ਼ਿਵ ਪਾਰਵਤੀ, ਰੂਸੋ, ਮਾਰਕਸ ਲੈਨਿਨ, ਮਹਾਤਮਾ ਬੁੱਧ ਆਪ ਦੀ ਕਾਵਿ ਚੇਤਨਾ ਦੇ ਸਜੀਵ ਅੰਗ ਵਜੋਂ ਕਾਰਜਸ਼ੀਲ ਰਹੇ। ਆਪ ਨੂੰ ਪੰਜਾਬੀ ਵਿੱਚ ਕਾਵਿ ਰਚਨਾ ਦੀ ਮੁੱਢਲੀ ਪ੍ਰੇਰਨਾ ਦੇਵੀ ਦਾਸ ਹਿੰਦੀ ਤੋਂ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸੁਜਾਨ ਸਿੰਘ, ਈਸਵਰ ਚਿੱਤਰਕਾਰ, ਅਮਰ ਸਿੰਘ, ਡਾਕਟਰ ਹਰਚਰਨ ਸਿੰਘ ਵੀ ਆਪ ਲਈ ਪ੍ਰੇਰਨਾ ਸਰੋਤ ਸਾਬਿਤ ਹੋਏ। ਆਪ ਨੇ ਆਰਥਿਕ ਮੰਦਹਾਲੀ ਦੇ ਚਲਦਿਆਂ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ ਲਿਫਾਫੇ ਬਣਾਉਣ, ਸੂਤ ਦੀ ਰੰਗਾਈ ਕਰਨ, ਖੱਦਰ ਦੀਆਂ ਟੋਪੀਆਂ ਬਣਾਉਣ ਤੱਕ ਇਹ ਸਾਰੇ ਕੰਮ ਕੀਤੇ। ਸੰਨ 2015 ਬਾਵਾ ਬਲਵੰਤ ਦੀ ਸਥਾਪਤੀ ਦਾ ਵਰ੍ਹਾ ਰਿਹਾ। ਆਪ ਦਾ ਦੇਹਾਂਤ
ਵਿਖੇ 1972 ਈਸਵੀ ਵਿੱਚ ਹੋਇਆ ਸੀ, ਦਿੱਲੀ ਵਿੱਚ। ਹੁਣ ਇਹਨਾਂ ਦੇ ਜੋ ਪ੍ਰਮੁੱਖ ਕਾਵਿ ਸੰਗ੍ਰਹਿ ਹਨ, ਮਹਾਨਾਚ ਜੋ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਰਿਹਾ, 1941 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਦੇ ਮੁੱਖ ਸ਼ਬਦ ਖਾਨ ਬਹਾਦਰ ਅਬਦੁਲ ਚੁਗਤਾਈ ਨੇ ਲਿਖੇ। ਇਸ ਕਾਵਿ ਸੰਗ੍ਰਹਿ ਵਿੱਚ ਆਪ ਦੀਆਂ ਕੁੱਲ 75 ਕਵਿਤਾਵਾਂ ਹਨ। ਆਪ ਨੇ ਇਸ ਪੁਸਤਕ ਪੰਜਾਬੀ ਬੋਲੀ ਦੇ ਗੁੱਜੇ ਸੇਵਕ, ਸਾਹਿਤ ਦੇ ਸੱਚੇ ਪਾਰਖੂ ਸਰਦਾਰ ਪਾਲ ਸਿੰਘ ਨੂੰ ਸਮਰਪਿਤ ਕੀਤੀ ਅਤੇ ਇਸ ਦੀਆਂ ਕੁਝ ਕਵਿਤਾਵਾਂ ਦੇ ਵਿਸ਼ੇ ਹੇਠ ਲਿਖੇ ਹਨ। ਮਹਾਨਾਚ ਵਿੱਚ ਜੋ ਕਵਿਤਾਵਾਂ ਹਨ ਉਹਨਾਂ ਦੇ ਵਿਸ਼ੇ ਇਸ ਪ੍ਰਕਾਰ ਹਨ। ਤੇਰਾ ਮੇਲ, ਇਸ ਕਵਿਤਾ ਵਿੱਚ ਬਾਬਾ ਬਲਵੰਤ ਦਾ ਪ੍ਰੇਮ ਅਨੁਭਵ ਉਜਾਗਰ ਹੁੰਦਾ ਹੈ। ਤੇ ਮੇਰੇ ਘਰ ਦੇ ਸਾਹਮਣੇ, ਇਹ ਕਵਿਤਾ ਪ੍ਰੇਮਿਕਾ ਦੇ ਪ੍ਰੇਮੀ ਦੇ ਸਾਹਮਣੇ ਹੋਣ ਦੀ ਲੋਚਾ ਨੂੰ ਬਿਆਨ ਕਰਦੀ ਹੈ। ਨੰਬਰ 3 ਤੇ ਹੈ ਬਾਗੀ ਕਵਿਤਾ। ਬਾਬਾ ਬਲਵੰਤ ਇੱਕ ਖਿਆਲੀ ਇਨਕਲਾਬੀ ਵੀ ਰਿਹਾ। ਕਵਿਤਾ ਬਾਗੀ ਵਿੱਚ ਉਸ ਦੀ ਇਹੋ ਪ੍ਰਵਿਰਤੀ ਦ੍ਰਿਸ਼ਟੀਗੋਚਰ ਹੁੰਦੀ ਹੈ। ਖਿਆਲੀ ਬਾਗੀ ਯਾਨੀ ਕਿ ਬਾਗੀ ਖਿਆਲਾਂ ਦਾ ਸੀ ਉਹ। ਮੇਰੀ ਖੇਡ ਨੂੰ ਤੰਗ ਹੈ ਇਹ ਜ਼ਮਾਨਾ, ਮੇਰੀ ਖੇਡ ਤੋਂ ਦੰਗ ਹੈ ਇਹ ਜ਼ਮਾਨਾ, ਮੈਂ ਕਰਦਾ ਰਿਹਾ ਹਾਂ ਇਹੋ ਮੇਰੀ ਆਦਤ, ਹਯਾਤੀ ਦੇ ਸਭ ਪਹਿਲੂਆਂ ਵਿੱਚ ਬਗਾਵਤ। ਬਾਗੀ ਕਵਿਤਾ ਦੀਆਂ ਇਹ ਲਾਈਨਾਂ ਹਨ। ਇਸ ਤੋਂ ਬਾਅਦ ਕਵਿਤਾ ਹੈ ਦੂਰ ਇੱਕ ਬਹਿਲੀ ਖੜੀ। ਨਾਰੀ ਦੀ ਤਰਾਸ਼ਦੀ ਸਥਿਤੀ ਨੂੰ ਵਿਅੰਗਾਤਮਕ ਲਹਿਜੇ ਵਿੱਚ ਪੇਸ਼ ਕੀਤਾ ਹੈ। ਇਸ ਕਵਿਤਾ ਰਾਹੀਂ ਕਵੀ ਦੇ ਸਮਾਜਵਾਦੀ ਪੱਖ ਦਾ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ। ਦੇਸ਼ ਭਗਤੀ, ਜੰਗ ਦਾ ਵਿਰੋਧ ਅਤੇ ਅਮਨ ਦੀ ਹਮਾਇਤ ਕਰਦਾ ਹੈ ਇਸ ਵਿੱਚ, ਦੇਸ਼ ਭਗਤੀ ਕਵਿਤਾ ਵਿੱਚ। ਅਤੇ ਪ੍ਰਗਤੀਵਾਦੀ ਰੰਗ ਵੀ ਇਸ ਕਵਿਤਾ ਵਿੱਚ ਦੇਖਣ ਨੂੰ ਮਿਲਦਾ ਹੈ। ਉੱਚੇ ਨਿਸ਼ਾਨਾਂ ਵਾਲਿਓ, ਬਾਬਾ ਬਲਵੰਤ ਧਨਵਾਨ ਵਿਅਕਤੀਆਂ ਨੂੰ ਉੱਚੇ ਨਿਸ਼ਾਨਾਂ ਅਤੇ ਪੱਕੇ ਮਕਾਨਾਂ ਵਾਲੇ ਆਖ ਕੇ ਸੰਬੋਧਿਤ ਕਰਦਾ ਹੈ। ਉਹਨਾਂ ਨੇ ਜ਼ਹਿਨੀਅਤ ਨੂੰ ਨੰਗਾ ਕਰ ਦਿੱਤਾ ਹੈ ਇਸ ਕਵਿਤਾ ਵਿੱਚ। ਉੱਚੇ ਨਿਸ਼ਾਨਾਂ ਵਾਲਿਓ ਇਸੀ ਮਾਨਸਿਕਤਾ ਨੂੰ ਪ੍ਰਗਟ ਕਰਦੀ ਹੈ। ਪ੍ਰਗਤੀਵਾਦੀ ਕਵਿਤਾ ਹੈ ਇੱਕ। ਉਸ ਤੋਂ ਬਾਅਦ ਹੈ ਪਾਰੋ ਕਵਿਤਾ। ਇਹ ਇੱਕ ਪ੍ਰਗਤੀਸ਼ੀਲ ਕਵਿਤਾ ਹੈ ਜਿਸ ਵਿੱਚ ਆਮ ਆਦਮੀ ਨੂੰ ਪੂੰਜੀਵਾਦੀ ਨਿਜ਼ਾਮ ਨਾਲ ਡਟ ਕੇ ਟੱਕਰ ਲੈਣ ਲਈ ਪ੍ਰੇਰਨਾ ਦਿੱਤੀ ਗਈ ਹੈ। ਨੋਟ ਵਿੱਚ ਕੀ ਲਿਖਿਆ ਹੈ? ਉਪਰੋਕਤ ਕਵਿਤਾਵਾਂ ਤੋਂ ਇਲਾਵਾ ਮਹਾਨਾਚ ਕਾਵਿ ਸੰਗ੍ਰਹਿ ਦੇ ਅੰਤਰਗਤ ਤੇਰਾ ਇੱਕ ਦਿਲ ਹੈ ਜਾਂ ਦੋ, ਪ੍ਰੇਮ ਸਰੋਕਾਰ ਅਨੁਸਾਰ, ਸ਼ਾਮ ਦੀ ਲਾਲੀ ਸੌਂਦਰਯ ਬੋਧ ਨਾਲ ਸੰਬੰਧਿਤ ਹੈ, ਤਾਰਿਆਂ ਭਰੀ ਰਾਤ ਸੌਂਦਰਯ ਬੋਧ ਨਾਲ ਸੰਬੰਧਿਤ ਹੈ, ਕ੍ਰਿਸ਼ਨਾ ਦੇ ਆਉਣ ਤੇ ਸੌਂਦਰਯ ਬੋਧ ਨਾਲ ਸੰਬੰਧਿਤ ਹੈ ਆਦਿ ਕਈ ਕਵਿਤਾਵਾਂ ਬਾਬਾ ਬਲਵੰਤ ਦੇ ਕਾਵਿ ਸਰੋਕਾਰ ਦੀਆਂ ਹਮੀਆਂ ਭਰਦੀਆਂ ਹਨ। ਉਸ ਤੋਂ ਬਾਅਦ ਕਾਵਿ ਸੰਗ੍ਰਹਿ ਹੈ ਅਮਰ ਗੀਤ। ਅਮਰ ਗੀਤ ਜੋ 1942 ਵਿੱਚ ਪ੍ਰਕਾਸ਼ਿਤ ਹੋਇਆ। ਇਹ ਕਾਵਿ ਸੰਗ੍ਰਹਿ ਆਪ ਨੇ ਮਹਾਨ ਚਿੱਤਰਕਾਰ ਖਾਨ ਬਹਾਦਰ ਅਬਦੁਲ ਰਹਿਮਾਨ ਚੁਗਤਾਈ ਨੂੰ ਸਮਰਪਿਤ ਕੀਤਾ ਜੋ ਲਾਹੌਰ ਦਾ ਨਿਵਾਸੀ ਸੀ। ਚੁਗਤਾਈ ਬਾਬੇ ਦੀ ਇਸ ਪੁਸਤਕ ਦੇ ਆਰੰਭ ਵਿੱਚ ਲਿਖਦਾ ਹੈ, ਬਾਬਾ ਸ਼ਾਇਰ ਰਾਂਝਾ ਸਭ ਦਾ ਸਾਂਝਾ। ਇਹ ਲਾਈਨਾਂ ਇਹਨਾਂ ਨੇ ਲਿਖੀ। ਇਸ ਪੁਸਤਕ ਦੀ ਭੂਮਿਕਾ ਪਾਲ ਸਿੰਘ ਨੇ ਲਿਖੀ। ਇਸ ਕਾਵਿ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਦੇ ਵਿਸ਼ੇ ਇਸ ਤਰ੍ਹਾਂ ਹਨ। ਅਮਰ ਗੀਤ ਵਿੱਚ ਜੋ ਕਵਿਤਾਵਾਂ ਹਨ, ਪਿੱਪਲ ਦੀਆਂ ਛਾਵਾਂ। ਇਸ ਕਵਿਤਾਵਾਂ ਦਾ ਵਿਸ਼ਾ ਕੀ ਹੈ? ਇਸ ਕਵਿਤਾ ਰਾਹੀਂ ਕਵੀ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਜੇਕਰ ਮਨੁੱਖ ਕੁਦਰਤੀ ਤਬਦੀਲੀ ਦੇ ਇੰਤਜ਼ਾਰ ਦੇ ਨਾਲ ਨਾਲ ਖੁਦ ਵੀ ਗਤੀਸ਼ੀਲ ਹੋਵੇ ਤਾਂ ਕੋਸ਼ਿਸ਼ ਕਰੇ ਤਾਂ ਉਹ ਆਪਣੇ ਅਤੇ ਆਪਣੇ ਸਮਾਜ ਦੇ ਮੁਕੱਦਰ ਨੂੰ ਬਦਲ ਸਕਦਾ ਹੈ। ਉਸ ਤੋਂ ਬਾਅਦ ਕਵਿਤਾ ਹੈ ਕਾਫਲਾ। ਇਹ ਵੀ ਇੱਕ ਪ੍ਰਗੀਤ ਉਹਨਾਂ ਦੇ ਸਾਹਸੀ ਲੋਕਾਂ ਨੂੰ ਹੀ ਮਿਲਦੀ ਹੈ। ਇਹ ਕਵਿਤਾ ਹੈ ਜੋ ਪ੍ਰਗੀਤ ਹੈ ਜੋ ਕਿ ਨਿਰੰਤਰ ਗਤੀਸ਼ੀਲ ਰਹਿਣ ਲਈ ਆਖਦੀ ਹੈ। ਆਏ ਹਨ ਸਾਡੇ ਪਿੰਡ ਲਾਗੇ, ਜਾਗੋ ਜੇ ਨਹੀਂ ਜਾਗੇ, ਵੱਖ ਵੱਖ ਸੂਰਤ ਤੇ ਵੀ ਹਨ ਸਭ ਮਿਲੇ ਜੁਲੇ, ਚਲੋ ਚਲੋ ਕਾਫਲੇ ਵਾਲੇ ਚਲੇ ਚਲੇ। ਇਹ ਕਾਫਲਾ ਕਵਿਤਾ ਹੈ। ਉਸ ਤੋਂ ਬਾਅਦ ਹੈ ਨਵੇਂ ਨਵੇਂ ਸੁਪਨੇ। ਆਮ ਆਦਮੀ ਦੇ ਸੰਤੁਲਿਤ ਜੀਵਨ ਲਈ
ਇਹ ਦੁਨੀਆ ਅਨੁਕੂਲ ਨਹੀਂ। ਆਮ ਆਦਮੀ ਦੇ ਸੰਤੁਲਿਤ ਜੀਵਨ ਲਈ ਇਹ ਦੁਨੀਆ ਅਨੁਕੂਲ ਨਹੀਂ। ਇਹ ਕਵਿਤਾ ਜੀਵਨ ਦੀ ਹਰ ਸਥਿਤੀ, ਹਰ ਧਰਾਤਲ ਨੂੰ ਬਦਲਣ ਦੀ ਲੋਚਾ ਰੱਖਦੀ ਹੈ। ਬੇਨਾਮ ਫੁੱਲ ਕਵਿਤਾ। ਇਸ ਕਵਿਤਾ ਰਾਹੀਂ ਕਵੀ ਨੇ ਮਨੁੱਖ ਦੇ ਬੇਪਹਿਚਾਨ ਹੋਣ ਦੇ ਦਰਦ ਨੂੰ ਬਿਆਨ ਕੀਤਾ ਹੈ। ਬੇਨਾਮ ਫੁੱਲ। ਅਗਲਾ ਕਾਵਿ ਸੰਗ੍ਰਹਿ ਹੈ ਜਵਾਲਾਮੁਖੀ 1943 ਈਸਵੀ ਵਿੱਚ, ਜੋ ਕਿ ਛਪਿਆ ਹੈ। ਇਹ ਕਾਵਿ ਸੰਗ੍ਰਹਿ ਬਾਵਾ ਬਲਵੰਤ ਦੇ ਪਿਛਲੇ 2 ਕਾਵਿ ਸੰਗ੍ਰਹਿਾਂ ਨਾਲੋਂ ਛੋਟੇ ਆਕਾਰ ਦਾ ਹੈ। ਪਹਿਲੇ ਕਾਵਿ ਸੰਗ੍ਰਹਿ ਵਿੱਚ ਬਾਵੇ ਦੇ ਛੰਦਾਬੰਦੀ ਦਾ ਕਾਫੀ ਖਿਆਲ ਰੱਖਿਆ, ਦੂਜੇ ਵਿੱਚ ਉਸਦਾ ਪ੍ਰਗੀਤਕ ਅੰਸ਼ ਕਾਫੀ ਉਭਰਿਆ, ਪਰੰਤੂ ਇਸ ਵਿੱਚ ਬਾਵੇ ਨੇ ਕਾਫੀ ਖੁੱਲ੍ਹਤਾ ਤੋਂ ਕੰਮ ਲਿਆ। ਇਸ ਕਾਵਿ ਸੰਗ੍ਰਹਿ ਵਿੱਚ ਉਸਨੇ ਟਰਾਟਸਕੀ, ਰੈਲਫ ਫਾਕਸ, ਆਇਨਸਟਾਈਨ ਵਰਗੇ ਯੁੱਗ ਪੁਰਸ਼ਾਂ ਬਾਰੇ ਵਿਅਕਤੀ ਚਿੱਤਰ ਵੀ ਉਲੀਕੇ ਹਨ। ਇਸ ਦੇ ਅੰਤਰਗਤ ਕਵੀ ਦੀਆਂ 28 ਕਵਿਤਾਵਾਂ ਹਨ। ਪਹਿਲੇ 2 ਕਾਵਿ ਸੰਗ੍ਰਹਿ ਦੇ ਮੁਕਾਬਲੇ ਇਹ ਛੋਟਾ ਹੈ। ਇਸ ਵਿੱਚ 28 ਕਵਿਤਾਵਾਂ ਹਨ। ਕਵਿਤਾ ਦੇਸ਼। ਇਸ ਕਵਿਤਾ ਰਾਹੀਂ ਕਵੀ ਨੇ ਉਸ ਦੇਸ਼ ਦੀ ਕਲਪਨਾ ਕੀਤੀ ਹੈ ਜਿੱਥੇ ਕਿਰਤੀ ਕਿਸਾਨ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਦਾ ਹੋਵੇ, ਜਿੱਥੇ ਵਾਹੀ ਕਰਨ ਵਾਲੇ ਕਿਸਾਨ ਹੀ ਆਪਣੀ ਜ਼ਮੀਨ ਦਾ ਮਾਲਕ ਹੋਵੇ। ਅੱਗੇ ਹੈ ਤੇਰੀ ਕੌਣ ਸੁਣੇ। ਇਸ ਕਵਿਤਾ ਰਾਹੀਂ ਕਵੀ ਨੇ ਪੂੰਜੀਵਾਦੀ ਨਿਜ਼ਾਮ ਦੀ ਤਸਵੀਰ ਨੂੰ ਪੇਸ਼ ਕੀਤਾ ਹੈ। ਅਜਿਹੇ ਨਿਜ਼ਾਮ ਵਿੱਚ ਹਰ ਸ਼ਖਸ ਦੇ ਹਿੱਤ ਦੂਜੇ ਦੇ ਹਿੱਤਾਂ ਨਾਲ ਟਕਰਾਉਣ ਲੱਗ ਪੈਂਦੇ ਹਨ। ਅੱਗੇ ਹੈ ਜਵਾਨੀ ਕਵਿਤਾ। ਇਸ ਕਵਿਤਾ ਰਾਹੀਂ ਕਵੀ ਨੇ ਪਹਿਲੇ ਵਿਸ਼ਵ ਯੁੱਧ ਤੋਂ ਮਗਰੋਂ ਪੈਦਾ ਹੋਏ ਬੇਕਾਰੀ, ਬੇਰੁਜ਼ਗਾਰੀ ਦੇ ਸੰਤਾਪ ਨੂੰ ਅਤੇ ਇਸ ਦੇ ਸੰਤਾਪ ਨੂੰ ਮਾੜਾ ਪ੍ਰਭਾਵ ਜੋ ਪਿਆ ਉਸ ਬਾਰੇ ਦੱਸਿਆ ਹੈ। ਅੱਗੇ ਕਵਿਤਾ ਹੈ ਹਾਮੀ। ਹਾਮੀ ਕਵਿਤਾ। ਇਸ ਇਨਕਲਾਬੀ ਵਿਚਾਰਾਂ ਵਾਲੀ ਕਵਿਤਾ ਰਾਹੀਂ ਕਵੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਕੋਈ ਵੀ ਬੱਚਾ ਨਾਜਾਇਜ਼ ਨਹੀਂ ਹੁੰਦਾ, ਉਹ ਪ੍ਰਕਿਰਤੀ ਦੇ ਨਿਸ਼ਚਿਤ ਨਿਯਮਾਂ ਦੁਆਰਾ ਹੀ ਜਨਮ ਲੈਂਦਾ ਹੈ, ਪੈਦਾ ਹੁੰਦਾ ਹੈ। ਅੱਗੇ ਹੈ ਅਨੋਖਾ ਖੁਦਾ। ਇਸ ਕਵਿਤਾ ਰਾਹੀਂ ਕਵੀ ਨੇ ਈਸ਼ਵਰ ਦੇ ਪਾਖੰਡ ਨੂੰ ਪੂਜਣ ਵਾਲੇ ਪੁਜਾਰੀਆਂ 'ਤੇ ਨਿਸ਼ਾਨਾ ਕੱਸਿਆ ਹੈ। ਇਸ ਕਵਿਤਾ ਰਾਹੀਂ ਉਹ ਇਹ ਸਿੱਟਾ ਕੱਢਦਾ ਹੈ ਕਿ ਸ਼ਾਇਦ ਰੱਬ ਨਾਮ ਦੀ ਕੋਈ ਸ਼ਕਤੀ ਹੀ ਹੈ ਹੀ ਨਹੀਂ। ਅਨੋਖਾ ਖੁਦਾ ਵਿੱਚ। ਅਗਲਾ ਜੋ ਕਾਵਿ ਸੰਗ੍ਰਹਿ ਹੈ ਬੰਦਰਗਾਹ, ਜੋ 1951 ਵਿੱਚ ਪ੍ਰਕਾਸ਼ਿਤ ਹੋਇਆ। ਸੰਨ 1947 ਤੋਂ ਮਗਰੋਂ ਬਾਵਾ ਬਲਵੰਤ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ। ਇਸ ਦੇ ਅੰਤਰਗਤ ਕੁੱਲ 39 ਕਵਿਤਾਵਾਂ, ਗੀਤ, ਗਜ਼ਲ ਸੰਗ੍ਰਹਿਤ ਹਨ। ਬਾਵਾ ਬਲਵੰਤ ਦੇ ਕਾਵਿ ਅਨੁਭਵ ਉੱਪਰ ਮਹਾਨ ਕਵੀਆਂ ਰਵਿੰਦਰਨਾਥ ਟੈਗੋਰ, ਮਹਾਦੇਵੀ ਬਰਮਾ, ਜੈ ਸ਼ੰਕਰ ਪ੍ਰਸਾਦ, ਮੁਹੰਮਦ ਇਕਬਾਲ ਦਾ ਬੜਾ ਡੂੰਘਾ ਪ੍ਰਭਾਵ ਹੈ। ਉਸਦੇ ਕਾਵਿ ਅਨੁਭਵ ਉੱਪਰ ਗੁਰਮਤਿ ਕਾਵਿ, ਸੂਫੀ ਕਾਵਿ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪੂਰਨ ਸਿੰਘ ਦਾ ਕੋਈ ਪ੍ਰਭਾਵ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਜੇਕਰ ਕਾਵਿ ਸੰਗ੍ਰਹਿ ਬੰਦਰਗਾਹ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਸਦੇ ਨਜ਼ਮ ਵੱਲ ਵਧੇਰੇ ਰੁਚੀ ਦਿਖਾਈ ਹੈ। ਨਜ਼ਮ ਦੇ ਮਿਜ਼ਾਜ ਨੂੰ ਪ੍ਰਗਤੀਵਾਦੀ ਅਤੇ ਲੋਕ ਹਿਤਕਾਰੀ ਮੰਨਿਆ ਹੈ। ਬੰਦਰਗਾਹ ਕਾਵਿ ਸੰਗ੍ਰਹਿ ਵਿਚਲੀਆਂ ਉਸਦੀਆਂ ਕੁਝ ਨਜ਼ਮਾਂ ਇਸ ਪ੍ਰਕਾਰ ਹਨ। ਊਸ਼ਾ ਹੈ, ਬੰਦਰਗਾਹ ਹੈ, ਜਹਾਜ਼ਰਾਨ ਟੈਗੋਰ ਉੱਤੇ ਆਧਾਰਿਤ ਹੈ ਜੋ ਜਹਾਜ਼ਰਾਨ, ਸਦਰ ਦਰਵਾਜ਼, ਗਿਆਨ ਕ੍ਰਿਸ਼ਨਾ, ਫਿਰ ਪਾਰੋ ਨੇ ਕਿਹਾ, ਸਮਾਜਵਾਦ, ਧਰਤੀ ਮਾਤਾ, ਊਠਾਂ ਵਾਲੇ, ਇਹ ਇਹਨਾਂ ਦੀਆਂ ਨਜ਼ਮਾਂ ਹਨ। ਬਾਵਾ ਬਲਵੰਤ ਛੰਦਯੁਕਤ ਸ਼ਾਇਰ ਸੀ। ਭਾਵੇਂ ਉਹ ਛੰਦਾਬੰਦੀ ਦਾ ਪਾਬੰਦ ਨਹੀਂ ਸੀ, ਉਹ ਤੁਕਾਂਤ ਦੀ ਮਰਿਆਦਾ ਵਿੱਚ ਵਿਸ਼ਵਾਸ ਰੱਖਦਾ ਸੀ। ਇਸੇ ਪ੍ਰਕਾਰ ਰਸ ਵਿਧਾਨ ਦਾ ਵੀ ਉਸਨੇ ਪੂਰਨ ਖਿਆਲ ਰੱਖਿਆ। ਬਾਵੇ ਨੇ ਬਹੁਤ ਸਾਰੀਆਂ ਕਵਿਤਾਵਾਂ ਨਾਟਕੀ, ਇੱਕ ਵਚਨੀ ਦੇ ਰੂਪ ਵਿੱਚ ਲਿਖੀਆਂ। ਉਸਦੀ ਕਵਿਤਾ ਸਾਗ ਵਾਲੀ ਇੱਕ ਪਾਤਰੀ ਨਾਟਕੀ ਕਵਿਤਾ ਦਾ ਉੱਤਮ ਨਮੂਨਾ ਹੈ। ਬੰਦਰਗਾਹ ਕਾਵਿ ਸੰਗ੍ਰਹਿ ਦੀਆਂ ਲਗਭਗ ਸਾਰੀਆਂ ਹੀ ਕਵਿਤਾਵਾਂ ਜੀਵਨ ਦੇ ਬੁਨਿਆਦੀ ਮਸਲਿਆਂ ਦੇ ਮੁਤਾਬਿਕ ਹੁੰਦੀਆਂ ਹੋਈਆਂ ਪ੍ਰਗਤੀਵਾਦ ਰੰਗਤ
ਵਿੱਚ ਢਲੀਆਂ ਹੋਈਆਂ ਹਨ। ਅਗਲਾ ਜੋ ਕਾਵਿ ਸੰਗ੍ਰਹਿ ਹੈ ਕਾਵਿ ਸਾਗਰ 1954 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਹੈ। ਕਾਵਿ ਸਾਗਰ ਬਾਬਾ ਬਲਵੰਤ ਦਾ ਇੱਕ 54ਵਾਂ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿੱਚ ਉਸਦੀਆਂ 4 ਕਾਵਿ ਪੁਸਤਕਾਂ ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ 54ਵੀਆਂ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ। ਇਹਨਾਂ ਕਾਵਿ ਸੰਗ੍ਰਹਿਾਂ ਵਿੱਚੋਂ ਹੀ 54ਵੀਆਂ ਕਵਿਤਾਵਾਂ ਕਾਵਿ ਸਾਗਰ ਵਿੱਚ ਹਨ। ਇਹਨਾਂ ਕਵਿਤਾਵਾਂ ਦੀ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਆਲੋਚਕ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਕੀਤੀ। ਇਹਨਾਂ ਦੀ ਚੋਣ ਕਿਸਨੇ ਕੀਤੀ? ਕਿਰਪਾਲ ਸਿੰਘ ਕਸੇਲ ਨੇ। ਇਹ ਕਾਵਿ ਸੰਗ੍ਰਹਿ ਪਹਿਲੀ ਵਾਰ 1954 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਅੰਤਰਗਤ ਲਗਭਗ ਉਹ ਸਾਰੀਆਂ ਕਵਿਤਾਵਾਂ ਹਨ ਉਹਨਾਂ ਨੇ ਅੰਮ੍ਰਿਤਸਰ ਰਹਿੰਦੇ ਹੋਏ ਲਿਖੀਆਂ ਹਨ। ਜੋ ਇਸ ਕਾਵਿ ਸੰਗ੍ਰਹਿ ਅੰਦਰ ਬਾਵੇ ਦੀਆਂ ਇੱਕ ਪਾਤਰੀ ਨਾਟਕ ਵਾਲੀਆਂ ਕਵਿਤਾਵਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਇਹੋ ਜਿਹੀਆਂ ਕਵਿਤਾਵਾਂ ਲਿਖਣ ਦੀ ਪ੍ਰੇਰਨਾ ਉਸਨੂੰ ਬਰਾਉਨਿੰਗ ਅਤੇ ਟੈਨੀਸਨ ਵਰਗੇ ਲੇਖਕਾਂ ਤੋਂ ਹਾਸਿਲ ਹੋਈ। ਸਾਗ ਵਾਲੀ ਜੋ ਇੱਕ ਪਾਤਰੀ ਕਵਿਤਾਵਾਂ ਹਨ, ਸਾਗ ਵਾਲੀ, ਫਿਰ ਪਾਰੋ ਨੇ ਕਿਹਾ, ਸਮਾਜਵਾਦ, ਬੇਸ਼ਵਾ ਇਸ ਵੰਨਗੀ ਦੀਆਂ ਉਲੇਖਯੋਗ ਕਵਿਤਾਵਾਂ ਹਨ। ਇਸ ਤਰ੍ਹਾਂ ਬਾਬਾ ਬਲਵੰਤ ਦਾ ਇਹ ਕਾਵਿ ਸੰਗ੍ਰਹਿ ਦੂਜੀ ਪੀੜ੍ਹੀਆਂ ਦੇ ਕਵੀਆਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਦੂਜੀ ਪੀੜ੍ਹੀ ਦੇ ਜੋ ਕਵੀ ਹਨ ਉਹਨਾਂ ਵਿੱਚ ਇਹਨਾਂ ਦੀ ਗਿਣਤੀ ਹੁੰਦੀ ਹੈ। ਅਗਲਾ ਇਹਨਾਂ ਦਾ ਕਾਵਿ ਸੰਗ੍ਰਹਿ ਹੈ ਸੁਗੰਧ ਸਮੀਰ, ਜੋ 1959 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਹ ਕਾਵਿ ਸੰਗ੍ਰਹਿ ਬਾਬਾ ਬਲਵੰਤ ਦੇ ਕਾਵਿ ਲੋਕ ਦਾ ਆਖਰੀ ਮੀਲ ਪੱਥਰ ਹੈ। ਇਹ ਸੰਗ੍ਰਹਿ ਜੋ ਇਸ ਸੰਗ੍ਰਹਿ ਦੀ ਪ੍ਰਕਾਸ਼ਨਾ ਤੋਂ ਕੁਝ ਵਰ੍ਹੇ ਪਹਿਲਾਂ ਉਹ ਅੰਮ੍ਰਿਤਸਰ ਛੱਡ ਕੇ ਦਿੱਲੀ ਪਹੁੰਚ ਗਿਆ ਸੀ। ਇਸ ਲਈ ਇਸ ਸੰਗ੍ਰਹਿ ਵਿੱਚ ਸੰਕਲਿਤ ਬਹੁਤੀਆਂ ਕਵਿਤਾਵਾਂ ਦਿੱਲੀ ਵਿੱਚ ਲਿਖੀਆਂ ਗਈਆਂ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਉੱਪਰ ਸੂਝਵਾਦੀ ਰੰਗਤ ਚੜ੍ਹੀ ਹੋਈ ਹੈ। ਸੂਝਵਾਦੀ ਪ੍ਰਵਿਰਤੀ ਦੀਆਂ ਕਵਿਤਾਵਾਂ 19ਵੀਂ ਸਦੀ ਵਿੱਚ ਲਿਖੀਆਂ ਜਾਣ ਲੱਗੀਆਂ। ਸੁਗੰਧ ਸਮੀਰ ਕਾਵਿ ਸੰਗ੍ਰਹਿ ਨੂੰ ਹੀ ਸੂਝਵਾਦੀ ਕਾਵਿ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਸੰਗ੍ਰਹਿ ਵਿੱਚ ਕੁੱਲ 48 ਛੋਟੀਆਂ ਵੱਡੀਆਂ ਕਵਿਤਾਵਾਂ, ਨਜ਼ਮ, ਗੀਤ, ਗਜ਼ਲ ਸ਼ਾਮਿਲ ਹਨ ਤੇ ਇਸ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਰੰਗ ਤੇ ਸੁਗੰਧ ਪਹਿਲਾ ਭਾਗ ਹੈ ਇਸਦਾ। ਇਸ ਭਾਗ ਵਿੱਚ ਬਾਵੇ ਨੇ ਪ੍ਰੇਮ ਅਨੁਭਵ ਦੀਆਂ ਅਤੇ ਸਿਮਰਤੀਆਂ ਅਨੁਭੂਤੀਆਂ ਨੂੰ ਤਰਾਸ਼ਿਆ ਹੈ। ਇਸ ਦੌਰ ਤੱਕ ਪਹੁੰਚ ਕੇ ਬਾਵੇ ਦੇ ਮਨ ਵਿੱਚ ਪ੍ਰੇਮ ਦੀ ਦੁਖਦਾਈ ਕਸਕ ਦਾ ਉਦਾਤੀਕਰਨ ਹੋ ਗਿਆ। ਇਸ ਸੰਦਰਭ ਵਿੱਚ ਉਸਦੀ ਕਵਿਤਾ ਉਸ ਦਾ ਹਾਰ, ਰਾਤ ਰਾਣੀ ਦੀ ਸੁਗੰਧ ਨੂੰ ਵੇਖਿਆ ਜਾ ਸਕਦਾ ਹੈ। ਦੂਸਰਾ ਭਾਗ ਹੈ ਜੋ ਸਦਾ ਬਹਾਰ। ਇਸ ਭਾਗ ਵਿੱਚ ਕਵੀ ਨੇ ਦਿੱਲੀ ਦੀਆਂ ਵਿਰਾਸਤੀ ਇਮਾਰਤਾਂ ਨੂੰ ਕਾਵਿਬੱਧ ਕੀਤਾ ਹੈ। ਲਾਲ ਕਿਲ੍ਹਾ ਨਾਮਕ ਕਵਿਤਾ ਇਸ ਸੰਦਰਭ ਵਿੱਚ ਹੈ। ਤੀਸਰਾ ਭਾਗ ਹੈ ਯੁੱਗ ਚੇਤਨਾ। ਇਸ ਭਾਗ ਵਿੱਚ ਬਾਵੇ ਨੇ ਆਪਣੇ ਪੁਰਾਣੇ ਪ੍ਰਗਤੀਵਾਦੀ ਦੌਰ ਦਾ ਪੁਨਰਲੇਖਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਭਾਗ ਵਿੱਚ 10 ਕਵਿਤਾਵਾਂ ਹਨ। ਫੁੱਲ ਜੋ ਮੁਰਝਾ ਗਏ ਇਸ ਭਾਗ ਦੀ ਪਹਿਲੀ ਕਵਿਤਾ ਹੈ। ਇਸ ਵਿੱਚ ਉਸਨੇ ਦਰਸਾਇਆ ਕਿ ਹਰ ਯੁੱਗ ਨੂੰ ਨਵੇਂ ਫਲਸਫੇ ਦੀ ਜ਼ਰੂਰਤ ਹੈ। ਪੁਰਾਣੇ ਫਲਸਫੇ ਦੇ ਮਾਧਿਅਮ ਦੁਆਰਾ ਨਵੇਂ ਯੁੱਗ ਨੂੰ ਸੇਧ ਨਹੀਂ ਦਿੱਤੀ ਜਾ ਸਕਦੀ। ਨਵੀਨ ਆਸ ਦੇ ਮਾਧਿਅਮ ਰਾਹੀਂ ਕਵੀ ਇਹ ਦਰਸਾਉਣਾ ਚਾਹੁੰਦਾ ਹੈ ਕਿ ਨਾ ਤਾਂ ਇਹ ਜ਼ਿੰਦਗੀ ਸੁਪਨਾ ਹੈ ਅਤੇ ਨਾ ਹੀ ਇਹ ਨਾਸ਼ਵਾਨ ਹੈ। ਇਹ ਇੱਕ ਹਕੀਕਤ ਹੈ। ਇਸ ਨੂੰ ਹਕੀਕਤ ਸਮਝ ਕੇ ਹੀ ਲੋਕਾਂ ਨੂੰ ਆਪਣੇ ਖ਼ਾਬ ਸੱਚ ਕਰਨ ਦੀ ਸੰਘਰਸ਼ ਕਰਨਾ ਚਾਹੀਦਾ ਹੈ। ਦੁਨੀਆ ਕਵਿਤਾ ਵਿੱਚ ਉਸਨੇ ਉਸਦੇ ਇਸ ਵਿਸ਼ੇ ਨੂੰ ਦਰਸਾਇਆ ਹੈ। ਦੁਨੀਆ ਸੁਪਨਾ ਨਹੀਂ ਹੈ। ਜ਼ਿੰਦਗੀ ਤੇ ਸੁੱਖ ਵਿੱਚ ਉਹ ਮਨੁੱਖ ਦੀ ਇਸ ਫਿਤਰਤ ਨੂੰ ਅੰਕਿਤ ਕਰਦਾ ਹੈ ਕਿ ਹਰ ਕਿਸੇ ਨੂੰ ਸੁੱਖ ਦੀ ਤਲਾਸ਼ ਹੈ। ਕਿਸੇ ਦਿਨ ਜੋ ਇੱਕ ਗਜ਼ਲ ਹੈ, ਗਜ਼ਲ ਦੀ ਬੰਦਿਸ਼ ਵਿੱਚ ਲਿਖੀ ਕਵਿਤਾ ਹੈ। ਇਸ ਵਿੱਚ ਕਵੀ ਭਵਿੱਖ ਵਿੱਚ ਮਨੁੱਖਤਾ ਦੇ ਭਲੇ ਦਿਨਾਂ ਦਾ ਇੰਤਜ਼ਾਰ ਕਰਦਾ ਹੈ। ਕੋਸ਼ਿਸ਼ ਵਿੱਚ ਹਾਂ ਨਾਮਕ ਕਵਿਤਾ ਵਿੱਚ ਕਵੀ ਆਪਣੇ ਪੁਰਸ਼ਾਰਥ, ਆਪਣੇ ਲਕਸ਼ ਦਾ ਜ਼ਿਕਰ ਕਰਦਾ ਹੈ। ਇਸ ਨੂੰ ਉਸਦੀ ਹਉ ਕੇਂਦਰਿਤ ਕਵਿਤਾ ਆਖਿਆ ਜਾ ਸਕਦਾ ਹੈ। ਚਾਰਲੀ ਚੈਪਲਿਨ ਇੱਕ ਵਿਅਕਤਿਕ ਚਿੱਤਰ ਹੈ।
ਇਸ ਵਿੱਚ ਕਵੀ ਦੱਸਦਾ ਹੈ ਕਿ ਚੈਪਲਿਨ ਦੇ ਹਾਸੇ ਵਿੱਚ ਅੰਤਾਂ ਦੀ ਪੀੜ ਛਿਪੀ ਹੋਈ ਹੈ। ਇਸ ਵਿੱਚ ਪੂੰਜੀਵਾਦ ਦੇ ਜ਼ੁਲਮ ਹੇਠ ਪਿਸ ਰਹੇ ਆਮ ਆਦਮੀ ਦੀ ਪੀੜ ਨੂੰ ਹਾਸੇ ਵਿੱਚ ਲਪੇਟ ਕੇ ਪੇਸ਼ ਕੀਤਾ ਗਿਆ ਹੈ। ਹੈਸੀਅਤ ਵਿੱਚ ਭਾਗ ਵਿਚਲੀ ਆਖਰੀ ਕਵਿਤਾ ਹੈ। ਇਸ ਭਾਗ ਦੀ ਆਖਰੀ ਕਵਿਤਾ ਹੈਸੀਅਤ ਹੈ, ਜਿਸ ਵਿੱਚ ਉਹ ਆਪਣੀ ਮੁਹੱਬਤ ਦਾ ਚੈਪਟਰ ਬੰਦ ਕਰਨ ਦਾ ਐਲਾਨ ਕਰਦਾ ਹੈ। ਉਸ ਤੋਂ ਬਾਅਦ ਹੈ ਚੌਥਾ ਭਾਗ ਮਜਬੂਰੀਆਂ ਨਾਮ ਹੈ ਇਸਦਾ। ਇਸ ਭਾਗ ਵਿੱਚ ਭਾਵੇ ਨੇ ਆਮ ਆਦਮੀ ਦੀਆਂ ਮਜਬੂਰੀਆਂ ਦਾ ਉਲੇਖ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਦੁਨੀਆ ਦੇ ਸਾਰੇ ਸੋਮਿਆਂ ਉੱਪਰ ਕੁਝ ਸ਼ਕਤੀਸ਼ਾਲੀ ਲੋਕਾਂ ਨੇ ਕਬਜ਼ਾ ਕਰ ਰੱਖਿਆ ਹੈ, ਬਾਕੀ ਸਾਰੇ ਲੋਕ ਇਹਨਾਂ ਦੇ ਰਹਿਮੋ ਕਰਮ ਉੱਪਰ ਹੀ ਪਲਦੇ ਹਨ। ਤੇਰੇ ਲਈ ਇਸ ਪ੍ਰਸੰਗ ਵਿੱਚ ਲਿਖੀ ਇੱਕ ਉੱਤਮ ਕਵਿਤਾ ਹੈ। ਇਸ ਤਰ੍ਹਾਂ ਬਾਬਾ ਬਲਵੰਤ ਦਾ ਆਖਰੀ ਕਾਵਿ ਸੰਗ੍ਰਹਿ ਸੁਗੰਧ ਸਮੀਰ ਪੂਰਨ ਤੌਰ 'ਤੇ ਸੂਝਵਾਦੀ ਰੰਗ ਵਿੱਚ ਰੰਗਿਆ ਹੋਇਆ ਹੈ। ਭਾਵੇਂ ਸੂਝਵਾਦੀ ਕਾਵਿ ਨੂੰ ਭੋਗ ਵਿਲਾਸ ਲਈ ਲਿਖਿਆ ਕਾਵਿ ਵੀ ਆਖਿਆ ਜਾ ਸਕਦਾ ਹੈ। ਇਸ ਦੀ ਕਵਿਤਾ ਨੂੰ ਕੋਮਲ ਭਾਵਾਂ ਦੀ ਕਵਿਤਾ ਕਹਿਣਾ ਹੀ ਜ਼ਿਆਦਾ ਉਚਿਤ ਹੈ। ਇਸ ਕਾਵਿ ਪ੍ਰਵਿਰਤੀ ਦੀ ਵਕਾਲਤ ਵਾਲਟਰ ਪੇਟਰ ਅਤੇ ਆਸਕਰ ਵਾਈਲਡ ਵਰਗੇ ਲੇਖਕਾਂ ਨੇ ਕੀਤੀ।